Hello students, welcome back to this YouTube channel, The Quest Maths for All by Toor Sir. This is Dr. RPS Toor. मेरे पिछले लेक्चर ਦੇ ਵਿੱਚ we have completed our differentiation, continuity topic and differentiability. Okay, and from this lecture we are going to start with applications of derivatives. Application of derivatives एक बहुत ही इंटरेस्टिंग टॉपिक है क्योंकि ਤੁਸੀਂ जो ਡੈਰੀਵੇਸ਼ਨ ਦੇ ਵਿੱਚ ਡੈਰੀਵੇਟਿਵ ਦੇ ਚੈਪਟਰ ਦੇ ਵਿੱਚ ਤੁਸੀਂ ਸਿੱਖ ਚੁੱਕੇ ਹੋ ਉਹਨੂੰ ਹੁਣ ਆਪਾਂ ਪ੍ਰੈਕਟੀਕਲ ਐਗਜ਼ਾਮਪਲਸ ਦੇ ਵਿੱਚ ਅਪਲਾਈ ਕਰਾਂਗੇ ਔਰ ਇਹਦੇ ਵਿੱਚ ਯੂ ਵਿਲ ਲਰਨ ਮੈਕਸਿਮਾ ਐਂਡ ਮਿਨੀਮਾ, ਇਨਕਰੀਜ਼ਿੰਗ ਐਂਡ ਡਿਕਰੀਜ਼ਿੰਗ ਫੰਕਸ਼ਨਸ, ਟੈਂਜੈਂਟ ਐਂਡ ਨਾਰਮਲ, ਰੇਟ ਆਫ ਮੈਜ਼ਰ। ਸੋ ਇਹ ਸਾਰੇ ਟੌਪਿਕਸ ਜਿਹੜੇ ਨੇ ਤੁਹਾਡੇ ਪ੍ਰੈਕਟੀਕਲ ਐਗਜ਼ਾਮਪਲਸ ਦੇ ਵਿੱਚ ਤੁਸੀਂ ਇਹਨੂੰ ਅਪਲਾਈ ਦੇਖ ਸਕਦੇ ਹੋ। ਕਈ ਬੱਚੇ ਪੁੱਛਦੇ ਨੇ ਕਿ ਸਰ ਡਿਫਰੈਂਸ਼ੀਏਬਿਲਿਟੀ ਦਾ ਕੀ ਯੂਜ਼ ਕੀ ਹੈ, ਤਾਂ ਜਿਹੜੇ ਬੱਚੇ ਨੇ ਐਪਲੀਕੇਸ਼ਨਸ ਆਫ ਡੈਰੀਵੇਟਿਵ ਦਾ ਚੈਪਟਰ ਜੋ ਕਰੇਗਾ ਉਹਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਡਿਫਰੈਂਸ਼ੀਏਸ਼ਨ ਦਾ ਆਪਣੀ ਜ਼ਿੰਦਗੀ ਦੇ ਵਿੱਚ ਕੀ। ਤੁਹਾਡੇ ਸਾਰੇ ਸਟੂਡੈਂਟਸ ਦਾ ਮੈਨੂੰ ਬਹੁਤ ਹੀ ਵਾਰਮ ਰਿਸਪੌਂਸ ਮਿਲ ਰਿਹਾ ਹੈ। 100% ਮੈਂ ਆਪਣਾ ਦੇ ਰਿਹਾ ਤੁਹਾਨੂੰ ਕਰਵਾਉਣ ਦੇ ਲਈ। ਤੁਸੀਂ ਵੀ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਨੂੰ ਇਹ ਚੈਨਲ ਨੂੰ ਪ੍ਰਮੋਟ ਕਰੋ, ਉਹਨਾਂ ਕੋਲੋਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਾਓ, ਸ਼ੇਅਰ ਕਰੋ, ਕਮੈਂਟਸ ਕਰੋ ਆਪਣੇ ਤੁਹਾਡੇ ਅਗਰ ਕੋਈ ਪ੍ਰੋਬਲਮਸ ਤੁਹਾਨੂੰ ਆ ਰਹੀਆਂ ਨੇ। So now let's begin to start with our very important and interesting topic, that is applications of derivatives. Okay, let's begin with this chapter, increasing and decreasing functions. So first of all, we shall discuss the simple example or simple definition कि increasing और decreasing function ਨੂੰ ਕਿਵੇਂ define ਕਰ ਸਕਦੇ ਹਾਂ। ਤਾਂ ਤੁਹਾਨੂੰ ਮੇਰੀ ਸਕਰੀਨ ਦੇ ਉੱਪਰ ਨਜ਼ਰ ਆ ਰਹੀ ਹੋਣੀ ਹੈ ਸਿੰਪਲ ਡੈਫੀਨੇਸ਼ਨ। ਮੈਂ ਉਹਨੂੰ ਰੀਡ ਕਰ ਰਿਹਾ। ਲੈਟ I be an interval contained in the domain of a real valued function। ਮਤਲਬ ਅਗਰ ਫੰਕਸ਼ਨ ਦਾ ਤੁਹਾਨੂੰ ਇੱਕ ਰੀਅਲ ਵੈਲਿਊਡ ਫੰਕਸ਼ਨ ਤੁਹਾਨੂੰ ਦਿੱਤਾ ਹੋਇਆ ਹੈ ਜਿਹਦੀ ਕਿ ਡੋਮੇਨ ਔਰ ਰੇਂਜ ਜੋ ਹੈ ਉਹ ਰੀਅਲ ਨੰਬਰਸ ਨੇ, ਸੈਟ ਆਫ ਰੀਅਲ ਨੰਬਰਸ, ਉਹਦੇ ਵਿੱਚੋਂ ਇੱਕ ਆਪਾਂ ਇੰਟਰਵਲ ਲੈ ਰਹੇ ਹਾਂ। then f is said to be a increasing function on I if x1 is less than x2 in I, that implies that fx1 is less than or equal to fx2 for all x1 x2 belongs to I। ਇਹਦਾ ਕੀ ਮਤਲਬ ਹੋਏਗਾ ਕਿ ਅਗਰ ਦੋ ਵੈਲਿਊਜ਼ ਜਿਹੜੀਆਂ ਮੈਂ ਲੈ ਰਿਹਾ x1 x2, ਫਸਟ ਵੈਲਿਊ ਦੂਸਰੀ ਵੈਲਿਊ ਤੋਂ ਅਗਰ ਘੱਟ ਹੈ ਤਾਂ ਉਹ ਵੈਲਿਊਜ਼ ਨੂੰ ਅਗਰ ਆਪਾਂ ਫੰਕਸ਼ਨਸ ਦੇ ਵਿੱਚ ਪੁੱਟ ਕਰਦੇ ਹਾਂ ਤਾਂ ਫੰਕਸ਼ਨਲ ਵੈਲਿਊ ਜਿਹੜੀਆਂ ਆਉਣਗੀਆਂ x1 ਦੇ ਲਈ ਜੋ ਫੰਕਸ਼ਨਲ ਵੈਲਿਊ ਆਏਗੀ ਉਹ x2 ਦੇ ਲਈ ਫੰਕਸ਼ਨਲ ਵੈਲਿਊ ਤੋਂ ਘੱਟ ਹੋਏਗੀ। ਤਾਂ fx1 is less than or equal to fx2, ਤਾਂ ਉਹਨੂੰ ਆਪਾਂ ਕਹਾਂਗੇ ਕਿ ਫੰਕਸ਼ਨ ਜੋ ਹੈ ਉਹ ਇਨਕਰੀਜ਼ਿੰਗ ਫੰਕਸ਼ਨ ਹੈ। ਸਟ੍ਰਿਕਟਲੀ ਇਨਕਰੀਜ਼ਿੰਗ ਕੀ ਹੁੰਦਾ ਹੈ? ਸਟ੍ਰਿਕਟਲੀ ਇਨਕਰੀਜ਼ਿੰਗ ਦੇ ਲਈ ਤੁਹਾਡੇ ਕੋਲ ਇਕੁਅਲ ਦਾ ਸਾਈਨ ਨਹੀਂ ਆਏਗਾ ਬਸ। if x1 is less than x2, okay, and these two belongs to interval I, this implies that fx1 is less than fx2 for all x1 x2 belongs to I। ਤਾਂ ਇਹ ਤਾਂ ਹੋ ਗਿਆ ਤੁਹਾਡਾ ਇਨਕਰੀਜ਼ਿੰਗ ਫੰਕਸ਼ਨਸ ਦੇ ਲਈ। ਨੈਕਸਟ ਡੈਫੀਨੇਸ਼ਨ ਬਣਦੀ ਹੈ a function fx is decreasing on interval I if x1 less than x2। x1 less than x2 ਦਾ ਮਤਲਬ ਕੀ ਹੈ ਕਿ ਪਹਿਲੀ ਵੈਲਿਊ ਦੂਸਰੀ ਵੈਲਿਊ ਤੋਂ ਛੋਟੀ ਹੈ। ਠੀਕ ਹੈ, ਆਪਾਂ ਪਹਿਲੀ ਵੈਲਿਊ ਲਵਾਂਗੇ ਜਿਵੇਂ 1 ਔਰ 2 ਲਈ ਹੈ ਤਾਂ 1 2 ਤੋਂ ਛੋਟੀ ਹੈ, ਪਹਿਲੀ ਵੈਲਿਊ ਦੂਸਰੀ ਵੈਲਿਊ ਤੋਂ ਛੋਟੀ ਹੈ। ਠੀਕ ਹੈ, ਇੰਪਲਾਈਜ਼। ਲੇਕਿਨ ਇਹਨਾਂ ਦੀ ਜੋ ਫੰਕਸ਼ਨਲ ਵੈਲਿਊ ਆ ਰਹੀਆਂ ਨੇ ਉਹ ਫਸਟ ਵੈਲਿਊ ਦੇ ਲਈ, ਕਿਉਂਕਿ ਫਸਟ ਵੈਲਿਊ ਦੂਸਰੀ ਵੈਲਿਊ ਤੋਂ ਛੋਟੀ ਹੈ ਲੇਕਿਨ ਫੰਕਸ਼ਨਲ ਵੈਲਿਊ ਜੋ ਹੈ first functional value is greater than or equal to second functional value, fx2 is greater than equal to fx2, then that function is said to be a decreasing function, okay, for all x1 x2 belongs to I। और strictly decreasing ਦੇ ਵਿੱਚ ਉਹਦੇ ਵਿੱਚ equal sign ਨਹੀਂ ਆਏਗਾ, ਬਸ ਉਹ ਆਏਗਾ if x1 less than x2 in I, this implies that fx1 greater than fx2 for all x1 x2 belongs to I। और ਇਹਨਾਂ ਦਾ ਗ੍ਰਾਫ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਸਟ੍ਰਿਕਟਲੀ ਇਨਕਰੀਜ਼ਿੰਗ ਫੰਕਸ਼ਨ ਦੇ, ਸਟ੍ਰਿਕਟਲੀ ਡਿਕਰੀਜ਼ਿੰਗ ਫੰਕਸ਼ਨ ਦੇ। ਔਰ ਅਗਰ ਕਾਂਸਟੈਂਟ ਹੈ ਫੰਕਸ਼ਨ ਤਾਂ ਇਹਦਾ ਮਤਲਬ ਕੀ ਹੋਏਗਾ, ਉਹਦੀ ਡੈਫੀਨੇਸ਼ਨ ਕੀ ਬਣਦੀ ਹੈ ਕਾਂਸਟੈਂਟ ਫੰਕਸ਼ਨ ਦੀ? A function fx is said to be constant on I if fx is equal to c for all x belongs to I and c is a constant। ਮਤਲਬ ਤੁਸੀਂ ਫੰਕਸ਼ਨ ਦੇ ਵਿੱਚ ਕੋਈ ਵੀ ਵੈਲਿਊ ਭਰੋਗੇ ਵੈਲਿਊ ਸੇਮ ਹੀ ਆਏਗੀ, that is c। c means a constant, any constant, a b c anything। ठीक है, वो कांस्टेंट वैल्यू ही आनी जाएगी, दैट फंक्शन इज सेड टू बी कांस्टेंट फंक्शन। और ये तीनों फंक्शंस के जो ग्राफ ने थानू ये नजर आ रहे होंगे मेरी स्क्रीन के ऊपर। नाउ लेट्स हैव सम सिंपल एग्जांपल इन दिस। एग्जांपल थानू कह रहा है वो
कि ये तुसी शो करके दिखाओ कि थानू जो ये फंक्शन दिता है उन्हें 7x माइनस 3 इज इंक्रीजिंग, ये तुसी प्रूव करके दिखाना है ऑन आर सेट ऑफ रियल नंबर्स। इंक्रीजिंग दी डेफिनेशन की होंदी है, ठीक है, इफ x1 x2 x1 is less than x2 implies fx1 is less than fx2, ठीक है। अगर ये पहली वैल्यू दूसरे वाले तो घट है तो फंक्शनल वैल्यू भी उसके तो घट आएगी। फॉर ऑल x1 x2 ਆਪਾਂ ਹੁਣ ਸੈਟ ਆਫ ਰੀਅਲ ਨੰਬਰਸ ਲੈ ਰਹੇ ਹਾਂ ਤੇ ਸੈਟ ਆਫ ਰੀਅਲ ਨੰਬਰਸ ਦੇ ਲਈ ਹੀ ਆਪਾਂ ਇਹ ਕਰਦੇ ਹਾਂ। ਤਾਂ ਇਹਨੂੰ ਹੁਣ ਪ੍ਰੂਫ ਕਰਨ ਦੇ ਲਈ ਕੀ ਕਰਾਂਗੇ, ਆਹੀ ਵੈल्यू ਤੁਸੀਂ ਚੂਜ਼ ਕਰ ਲਓ x1 ਲੈਸ ਦੈਨ x2, ਠੀਕ ਹੈ। ਤੇ ਹੁਣ ਇਹਨੂੰ 7 ਨਾਲ ਦੋਨੋਂ ਪਾਸੇ ਮਲਟੀਪਲਾਈ ਕਰ ਰਹੇ ਹਾਂ ਪਲੱਸ 7 ਨਾਲ, ਤਾਂ ਸਾਈਨ ਚੇਂਜ ਨਹੀਂ ਹੋਏਗਾ। 7x1 इज लेस देन 7x2, दोनों तरफ बोथ साइड ऑफ द इनइक्वालिटी सब्ट्रैक्ट -3, 7x2 -3, ठीक। सो दिस इज योर fx1 लेस देन fx2, राइट, implies the given function is increasing, ठीक है, increasing in R set of real numbers। ਤਾਂ ਇਹ ਸਾਰੇ ਦੇ ਸਾਰੇ ਕੁਐਸਚਨ ਜੋ ਆ ਹੁਣ ਕੀਤਾ ਹੈ ਉਹਨੂੰ ਵੀ ਤੁਸੀਂ ਡਿਫਰੈਂਸ਼ੀਏਸ਼ਨ ਦੇ ਤਰੀਕੇ ਦੇ ਨਾਲ ਕਰ ਸਕਦੇ ਹੋ। ਸੋ ਨਾਓ ਆਈ ਐਮ ਗੋਇੰਗ ਟੂ ਗਿਵ ਯੂ ਦਾ ਐਗਜ਼ੈਕਟ ਡੈਫੀਨੇਸ਼ਨ, ਔਰ ਜੋ ਆਪਣੇ ਸਿਲੇਬਸ ਵਿੱਚ ਹੈ ਕਿ ਇੰਕਰੀਜ਼ਿੰਗ ਔਰ ਡਿਕਰੀਜ਼ਿੰਗ ਦੇ ਲਈ ਫੰਕਸ਼ਨ ਨੂੰ ਆਪਾਂ ਡਿਫਰੈਂਸ਼ੀਏਸ਼ਨ ਦੇ ਤਰੀਕੇ ਦੇ ਨਾਲ ਕਿਵੇਂ ਪਤਾ ਕਰ ਸਕਦੇ ਹਾਂ, ਉਹ ਡੈਫੀਨੇਸ਼ਨ ਤੁਹਾਨੂੰ ਹੁਣ ਮੈਂ ਦੇਣ ਲੱਗਿਆ। ਸੋ ਥਿਓਰਮ ਕੀ ਕਹਿੰਦੀ ਹੈ ਜਾਂ ਆਪਣੀ ਡੈਫੀਨੇਸ਼ਨ ਕੀ ਕਹਿੰਦੀ ਹੈ, ਲੈਟ f be a continuous on a closed interval ab and differentiable on open interval ab। देखो ये रोल्स थ्योरम की कंडीशन है। रोल्स थ्योरम वैसे ਤੁਹਾਡੇ ਸਿਲੇਬਸ ਵਿੱਚ ਹੈ ਨਹੀਂ, ਉਹਦੀ ਇਹੀ ਕੰਡੀਸ਼ਨ ਹੈ ਕਿ ਕੋਈ ਫੰਕਸ਼ਨ ਰੋल्स ਥ्योरम ਨੂੰ ਸੈਟੀਸਫਾਈ ਕਦੋਂ ਕਰਦਾ ਹੈ, ਜਦੋਂ ਉਹ ਕੰਟੀਨਿਊਟੀ ਉਹਦੀ ਹੋਵੇ ਕਲੋਜ਼ਡ ਇੰਟਰਵਲ ਵਿੱਚ, ਡਿਫਰੈਂਸ਼ੀਏਬਿਲਟੀ ਹੋਵੇ ਓਪਨ ਇੰਟਰਵਲ ਦੇ ਵਿੱਚ। ਦੈਨ number 1 point, f is increasing in closed interval ab if f dash x is greater than 0 for all x belongs to open interval। open interval ਦਾ ਮਤਲਬ ਹੈ ਕਿ ਤੁਸੀਂ ਐਂਡ ਵਾਲੇ ਪੁਆਇੰਟ ਜਿਹੜੇ a b ਨੇ ਉਹ ਨਹੀਂ ਪੁਆਇੰਟ ਲੈਣੇ, ਉਹਨਾਂ ਦੇ ਵਿੱਚ ਵਾਲੇ ਪੁਆਇੰਟਸ ਨੂੰ ਤੁਸੀਂ ਕੰਸੀਡਰ ਕਰਨਾ ਹੈ। x will takes the those values in between the a and b, so x belongs to the open interval, ठीक है। इंक्रीजिंग फंक्शन ਦੇ ਲਈ ਕੀ ਸਮਝਾਇਆ ਆਪਾਂ ਨੂੰ कि ਇਹਦਾ जो आप फर्स्ट टाइम डेरिवेटिव कटांगे वो 0 तो बड़ा आना चाहिए ਉਹਦਾ आंसर, ठीक है। सेकंड डेफिनेशन की है, f is decreasing in closed interval ab if derivative f dash x is less than 0, ठीक है, for all x belongs to open interval। और थर्ड, f is constant function in ab if f dash x is 0। अगर फर्स्ट डेरिवेटिव की वैल्यू ਉਹ ਸਾਰੇ x ਜੋ a b ਇੰਟਰਵਲ ਦੇ ਵਿੱਚ ਬਿਲੋਂਗ ਕਰਦੇ ਨੇ ਓਪਨ ਇੰਟਰਵਲ ਦੇ ਵਿੱਚ, ਉਹਨਾਂ ਸਾਰੇ x ਦੇ ਲਈ ਅਗਰ ਫੰਕਸ਼ਨ ਦੀ ਡਿਫਰੈਂਸ਼ੀਏਸ਼ਨ ਫਸਟ ਟਾਈਮ ਡੈਰੀਵੇਟਿਵ 0 ਆ ਜਾਂਦਾ ਹੈ, then that function is a constant function, right। now let's move towards ਇਹ ਤੁਸੀਂ ਦੇਖੋ ਆਪਣੀ ਕਾਪੀ ਦੇ ਵਿੱਚ ਨੋਟ ਕਰੋ, ਇਹ ਫਾਰਮੂਲੇ ਨੂੰ ਨੋਟ ਕਰੋ ਕਿ ਇਨਕਰੀਜ਼ਿੰਗ ਦੇ ਲਈ f dash x ਜੋ ਹੈ ਉਹ greater than 0 ਹੋਣਾ ਚਾਹੀਦਾ ਹੈ, डिक्रीजिंग ਦੇ ਲਈ f dash x ਜੋ ਹੈ ਉਹ less than 0 ਹੋਣਾ ਚਾਹੀਦਾ। वेरी ईजी है, easy टू रिमेंबर कि अगर f dash x की वैल्यू 0 तो वड्डी आ रही है तो इंक्रीजिंग है, 0 तो छोटी आ रही है तो डिक्रीजिंग है, और 0 आ रही है तो कॉन्स्टेंट है। बस तीन चीज़ां याद रखनियां ने इस पूरी एक्सरसाइज के लिए। एग्जाम्पल देखो तुसीं इहनूं किवें हुण एग्जाम्पल्स नूं करना है। एग्जाम्पल 8 देखो, मतलब जो फर्स्ट एग्जाम्पल है ना, वो 8th का नंबर दिता हुआ है विद द हेल्प ऑफ डिफरेंशिएशन। डिफरेंशिएशन के तरीके नाल जो आपां हुण एग्जाम्पल्स करांगे, दैट इज फर्स्ट एग्जाम्पल, और उसका नंबर इस बुक दे विच जो है वो 8th एग्जाम्पल है, ओके। तो फंक्शन इज गिवन बाय x क्यूब माइनस 3x स्क्वायर प्लस 4x एंड x बिलोंग्स टू सेट ऑफ रियल नंबर्स। ये कह रहा है, ये प्रूव करके दिखाओ कि इंक्रीजिंग है, ये आपां शो करना है। शो fx इज इंक्रीजिंग ऑन आर सेट ऑफ रियल नंबर्स। हुण सब तो पहले तुसीं की करोगे, बस तुसीं f डैश x कढ लो, ਤੁਹਾਨੂੰ नहीं पता कि यदि वैल्यू ग्रेटर दैन आएगी कि लैस दैन आएगी, ओके। वो आप चेक करांगे हम। 3x स्क्वायर माइनस 6x प्लस 4, राइट, 3 कॉमन काढ़ लो, x स्क्वायर माइनस 2x प्लस, देखो एवें करते हैं ये होल स्क्वायर बनाने के लिए की करांगे, प्लस ये होल स्क्वायर बनाने के लिए देखो तुहानूं मैं याद करवाना, तुहानूं छोटी क्लासां का काम
ਪਹਿਲਾਂ ਤਾਂ ਆਪਾਂ ਕੀ ਕਰਦੇ ਹੁੰਦੇ ਸੀਗੇ x ਸਕੁਅਰ ਦੇ ਕੋਫੀਸ਼ੀਐਂਟ ਨੂੰ ਯੂਨਿਟ ਕਰ ਲਓ x ਸਕੁਅਰ ਮਾਈਨਸ 2x प्लस 4/3 राइट। ਹੁਣ ਫਿਰ ਕੀ ਕਰਾਂਗੇ जो x ਦਾ ਕੋਫੀਸ਼ੀਐਂਟ ਹੈ ਉਹਦਾ ਹਾਫ ਕਰੋ और फिर हाफ करके ਉਹਦਾ ਸਕੁਅਰ ਕਰਕੇ ਉਨਾ ਹੀ ਜੋੜੋ ਉਨਾ ਹੀ ਘਟਾਓ ਤਾਂ ਕਿੰਨਾ ਆਏਗਾ ਫਿਰ ठीक है x ਸਕੁਅਰ ਮਾਈਨਸ 2x ਇਹਦਾ ਹਾਫ ਕਰਾਂਗੇ ਤਾਂ -1 ਉਹਦਾ ਸਕੁਅਰ ਕਰਾਂਗੇ +1 ਤੇ -1 ਆਪਾਂ ਐਡ ਕਰਤਾ ठीक है। ਆ ਜਿਹੜਾ ਸੀ 4/3 ਨੂੰ ਬਾਹਰ ਕੱਢ ਲੈਣੇ ਆ ਇਹ 4 ਆ ਗਿਆ ਤਾਂ ਅੰਦਰ ਕੀ ਆਇਆ ਆਪਣੇ ਕੋਲ x ਸਕੁਅਰ -2x + 1 और -3 बाहर ले जाओ तो 4 - 3 आ गया अपने को x - 1 दा होल स्क्वायर +1 राइट। मतलब जो अपने को सैट होया उन्होंने मैं होल स्क्वायर बना के सैट कर लिया ठीक है। हुण आपां की करांगे हुण तुसीं चेक करो कि x जो है वो सारे रियल नंबर्स ने। रियल नंबर किहड़े हुंदे ने ਉਹਦੇ ਵਿੱਚ ਪਲੱਸ ਨੰਬਰ ਵੀ ਹੁੰਦੇ ਨੇ ਮਾਈਨਸ ਵੀ ਹੁੰਦੇ ਨੇ ਜ਼ੀਰੋ ਵੀ ਹੁੰਦਾ ਹੈ ਫ੍ਰੈਕਸ਼ਨਸ ਵੀ ਹੁੰਦੇ ਨੇ ਰੈਸ਼ਨਲ ਨੰਬਰਸ ਵੀ ਹੁੰਦੇ ਨੇ ਇਰਰੈਸ਼ਨਲ ਨੰਬਰਸ ਵੀ ਹੁੰਦੇ ਨੇ ਯਾਨੀ ਕਿ ਅੰਡਰ ਰੂਟ ਵਾਲੇ ਨੰਬਰ ਵੀ ਹੋਣਗੇ ਨॉन ਟਰਮੀਨੇਟਿੰਗ ਡੈਸੀਮਲ ਫ੍ਰੈਕਸ਼ਨਸ ਵੀ ਹੋਣਗੇ ਸਾਰੇ ਹੋਣਗੇ ਇਹ ਨੰਬਰ ਠੀਕ ਹੈ। ਉਹ ਸਾਰੇ ਨੰਬਰਾਂ ਦੇ ਲਈ ਚੈੱਕ ਕਰੋ ਕਿ ਆਪਾਂ x ਦੀ ਜੋ ਵੀ ਵੈਲਿਊ ਭਰਦੇ ਆ ਇੱਥੇ ਠੀਕ ਹੈ ਵੈਲਿਊ ਭਰਨ ਤੋਂ ਬਾਅਦ 1 ਮਾਈਨਸ ਕਰਦੇ ਆ और फिर ਉਹਦਾ ਸਕੁਅਰ ਕਰਦੇ ਆ ਤਾਂ ਆ ਸਾਰੀ ਵੈਲਿਊ ਜੋ ਹੈ ਆ ਟੋਟਲ ਆ ਚੀਜ਼ ਇਹ ਪੋਜ਼ਿਟਿਵ ਆਏਗੀ ਕਿ ਨੈਗੇਟਿਵ ਆਏਗੀ ਸਕੁਅਰ ਹੈ ਸਕੁਅਰ ਆਫ ਐਨੀ ਨੰਬਰ ਇਜ਼ ਪੋਜ਼ਿਟਿਵ ਤਾਂ ਇੱਥੇ ਕੀ ਆਇਆ ਫਿਰ 3 और आ चीज़ है पॉजिटिव ठीक है +1 3 ਨੂੰ पॉजिटिव नंबर ਨਾਲ ਆਪਾਂ ਮਲਟੀਪਲਾਈ ਕਰਾਂਗੇ ਤਾਂ ਪੋਜ਼ਿਟਿਵ ਆਏਗਾ ਉਹਦੇ ਵਿੱਚ ਫਿਰ ਇੱਕ ਪਲੱਸ ਕਰਾਂਗੇ ਤਾਂ ਕੀ ਆਏਗਾ ਫਿਰ ਪੋਜ਼ਿਟਿਵ ਆਏਗਾ। ਪੋਜ਼ਿਟਿਵ ਦਾ ਮਤਲਬ ਕੀ ਹੁੰਦਾ ਹੈ ਗ੍ਰੇਟਰ ਦੈਨ 0 ਤਾਂ f' ਕੀ ਆਇਆ ਫਿਰ f' is greater than 0 implies the given function fx is increasing for all x belongs to R. This is the sign of for all. मैं ਤੁਹਾਨੂੰ ਵੈਸੇ ਪਹਿਲੇ ਵੀ ਦੱਸ ਚੁੱਕਿਆ ਹੁਣ ਵੀ ਤੁਸੀਂ ਇਹਨੂੰ ਨੋਟ ਕਰ ਸਕਦੇ ਹੋ ਠੀਕ ਹੈ। This is your first example with the help of increasing and decreasing with the help of differentiation. Now next example is example number 9. वो कह रहे हैं prove that the function ਤੁਹਾਨੂੰ function ਦਿੱਤਾ है एग्जाम्पल नंबर 9th है दिस इज cos of x ठीक है। फर्स्ट वो कह रहे हैं डिक्रीजिंग इन 0 to पाई बी पार्ट कह रहे हैं इंक्रीजिंग इन पाई to 2 पाई ठीक है और सी पार्ट कह रहे हैं नाइदर इंक्रीजिंग नॉर डिक्रीजिंग इन 0 to 2 पाई ठीक है। वैसे तो देखो ए और बी जो आंसर दे रहे हैं ਉਹਦੇ ਨਾਲ ਤਾਂ ਇਹੀ ਪਤਾ ਲੱਗ ਰਿਹਾ ਹੈ ਕਿ 0 ਪਾਈ ਦੇ ਵਿੱਚ ਡਿਕਰੀਜ਼ਿੰਗ ਹੈ ਪਾਈ ਟੂ ਪਾਈ ਦੇ ਵਿੱਚ ਇੰਕਰੀਜ਼ਿੰਗ ਹੈ ਲੇਕਿਨ 0 to 2 ਪਾਈ ਹੋਲ ਇੰਟਰਵਲ ਦੇ ਵਿੱਚ ਕਦੇ ਡਿਕਰੀਜ਼ ਕਰ ਰਿਹਾ ਕਦੇ ਇੰਕਰੀਜ਼ ਕਰ ਰਿਹਾ ਇਹਦਾ ਮਤਲਬ ਨਾ ਤਾਂ ਇੰਕਰੀਜ਼ਿੰਗ ਹੈ ਨਾ ਡਿਕਰੀਜ਼ਿੰਗ ਹੈ ਫॉर द होल इंटरवल। ਤਾਂ ਥਰਡ ਆਂਸਰ ਤਾਂ ਆ ਗਿਆ ਫਸਟ ਔਰ ਸੈਕੰਡ ਨੂੰ ਪ੍ਰੂਵ ਕਰਕੇ ਦਿਖਾਣਾ ਹੈ ਆਪਾਂ। ਤਾਂ ਹੁਣ ਫਸਟ ਔਰ ਸੈਕੰਡ ਨੂੰ ਪ੍ਰੂਵ ਕਰਨ ਦੇ ਲਈ ਆਪਾਂ ਕੀ ਕੱਢਾਂਗੇ डिफरेंशिएशन। तो fx ਦਾ डिफरेंशिएशन cos x है ना तो cos x ਦਾ डिफरेंशिएशन करांगे तो कितना आएगा -sin x ठीक है। ਹੁਣ ਤੁਸੀਂ ਇਹ ਦੇਖੋ फर्स्ट पार्ट कर रहे हैं 0 to पाई का मतलब की है 0 to पाई का मतलब है फर्स्ट 2 क्वाड्रेंट्स है ना फर्स्ट हाफ ऊपर दा फर्स्ट 2 हाफ ਦੇ ਵਿੱਚ sin ਕੀ ਹੁੰਦਾ ਹੈ in 0 to पाई ਦੇ ਵਿੱਚ sin x is पॉजिटिव ਇੱਥੇ ਤੁਸੀਂ ਲਿਖੋ ग्रेटर देन 0 ਹਮੇਸ਼ਾ ਇਹਦੀ ਵੈਲਿਊ 0 ਤੋਂ ਵੱਡੀ ਆਏਗੀ ਕਿਉਂਕਿ ਫਸਟ ਕੁਆਡਰੈਂਟ ਵਿੱਚ ਵੀ ਸਾਈਨ ਪੋਜ਼ਿਟਿਵ ਹੈ ਸੈਕੰਡ ਕੁਆਡਰੈਂਟ ਵਿੱਚ ਵੀ ਸਾਈਨ ਪੋਜ਼ਿਟਿਵ ਹੈ। ਹੁਣ ਦੇਖੋ ਧਿਆਨ ਨਾਲ f' जो है वो माइनस बाहर है लेकिन साइन पॉजिटिव है तो पॉजिटिव इंटू माइनस कितना आएगा नेगेटिव। नेगेटिव का मतलब क्या होता है लेस देन 0 का मतलब क्या होएगा इंप्लाइज fx इज डिक्रीजिंग इन 0 to पाई। बोलो समझ आ गया ये आप f' ਦੇ x ਦੇ ਹੁਣ b ਪਾर्ट ਵੀ ਨਾਲ ਹੀ ਕਰ ਦਿੰਨੇ ਆ। b ਪਾर्ट है पाई to 2 पाई इन पाई to 2 पाई पाई to 2 पाई ਦਾ ਮਤਲਬ ਕੀ ਹੈ थर्ड क्वाड्रेंट तो लैके फोर्थ क्वाड्रेंट तक राइट। साइन की वैल्यू की होएगी साइन x इज लेस देन 0 क्योंकि आ देखो पाई और 2 पाई दे विच नहीं है ਇਹਦੇ ਤੋਂ ਬਾਅਦ है पाई तो बाद और 2 पाई तो पहला ਇਹਦਾ मतलब
थर्ड और फोर्थ क्वाड्रेंट ਦੇ ਵਿੱਚ sin x ਹਮੇਸ਼ਾ 네ਗੇਟਿਵ ਹੋਏਗਾ। ਤਾਂ sin x ਅਗਰ 네ਗੇਟਿਵ ਹੈ ਤਾਂ f ਡੈਸ਼ x ਦੀ ਵੈਲਿਊ ਕੀ ਆਏਗੀ? ਆ ਦੇਖੋ ਬਾਹਰ ਮਾਈਨਸ ਹੈ ਤੇ ਅੰਦਰ ਵੀ sin ਦੀ ਵੈਲਿਊ ਮਾਈਨਸ ਹੈ, ਤਾਂ ਮਾਈਨਸ ਮਾਈਨਸ ਕੀ ਪਲੱਸ ਪਲੱਸ ਹੋ ਗਿਆ। ਪਲੱਸ ਦਾ ਮਤਲਬ ਕੀ ਹੁੰਦਾ? 0 ਤੋਂ ਵੱਡਾ। ਤਾਂ f ਡੈਸ਼ x 0 ਤੋਂ ਵੱਡਾ ਆ ਗਿਆ, ਇੰਪਲਾਈਜ਼ ਕੀ ਕਹਾਂਗੇ? fx is increasing in pi to 2 pi। बोलो समझ आ गया? तो फर्स्ट 0 to pi ਦੇ ਵਿੱਚ ਡਿਕਰੀਜ਼ਿੰਗ ਹੈ, pi to 2 pi ਦੇ ਵਿੱਚ ਇਨਕਰੀਜ਼ਿੰਗ ਹੈ। ਹੁਣ ਤੁਸੀਂ ਇਹ ਦੇਖੋ ਕਿ ਇੱਥੇ ਤਾਂ ਆਪਣਾ ਆਇਆ ਸੀ ਡਿਕਰੀਜ਼ਿੰਗ, ਇੱਥੇ ਆ ਗਿਆ ਇਨਕਰੀਜ਼ਿੰਗ, ਲੇਕਿਨ ਅਗਰ ਪੂਰਾ ਦੇਖਾਂਗੇ ਤਾਂ ਕੀ ਆਏਗਾ? ਪੂਰੇ ਵਿੱਚ ਤਾਂ ਅਨਸਰਟੇਨਿਟੀ ਹੈ, ਕਦੇ ਡਿਕਰੀਜ਼ ਹੋ ਰਿਹਾ ਹੈ ਕਦੇ ਇਨਕਰੀਜ਼ ਹੋ ਰਿਹਾ ਹੈ। ਮਤਲਬ ਜੋ ਪੂਰਾ ਇੰਟਰਵਲ ਹੈ 0 to 2 pi ਦਾ, ਉਹਦੇ ਵਿੱਚ ਉਹਦਾ ਬਿਹੇਵੀਅਰ ਸੇਮ ਰਹਿਣਾ ਚਾਹੀਦਾ, ਜਾਂ ਤਾਂ ਡਿਕਰੀਜ਼ਿੰਗ ਰਹਿਣਾ ਚਾਹੀਦਾ ਜਾਂ ਇਨਕਰੀਜ਼ਿੰਗ ਰਹਿਣਾ ਚਾਹੀਦਾ। ਹੁਣ 0 to pi ਦੇ ਵਿੱਚ ਡਿਕਰੀਜ਼ਿੰਗ ਹੈ, pi ਤੋਂ 2 pi ਦੇ ਵਿੱਚ ਇਨਕਰੀਜ਼ਿੰਗ ਹੈ, ਤਾਂ ਫਿਰ ਕੀ ਮਤਲਬ ਬਣਿਆ? ਦੈਟ ਮੀਨਸ in 0 to 2 pi neither increasing nor decreasing, right? this is your next example जो मैं ਤੁਹਾਨੂੰ ਪ੍ਰੂਫ ਕਰਕੇ ਦੱਸੀ ਹੈ। ਹੁਣ ਆ ਜਾਓ, ਹੁਣ ਜਿਹੜੇ ਕੁਐਸਚਨਸ ਆ ਰਹੇ ਨੇ 10th 11th, ਇਹ ਥੋੜੇ ਇੰਪੋਰਟੈਂਟ ਕੁਐਸਚਨਸ ਨੇ ਜਿਹਦੇ ਵਿੱਚ ਤੁਸੀਂ ਇੰਟਰਵਲਸ ਪਤਾ ਕਰੋਗੇ, ਔਰ ਯਾਨੀ ਕਿ ਤੁਸੀਂ ਦੇਖੋ 4th ਕੁਐਸਚਨ 5th ਕੁਐਸਚਨ 6th, ਇਹ ਸਾਰੇ ਇੰਟਰਵਲਸ ਪਤਾ ਕਰਨ ਵਾਲੇ ਹੀ ਕੁਐਸਚਨਸ ਨੇ, ਔਰ ਇਸ ਤਰ੍ਹਾਂ ਦੇ ਕੁਐਸਚਨਸ ਵੱਡੇ ਮਾਰਕਸ ਦੇ ਵਿੱਚ ਆਉਂਦੇ ਨੇ ਐਗਜ਼ਾਮੀਨੇਸ਼ਨ ਦੇ ਵਿੱਚ। देखो ਹੁਣ जो एग्जांपल्स आ रही ने कि ਤੁਹਾਨੂੰ ਹੁਣ ਫੰਕਸ਼ਨ ਦੇ ਦਿੱਤਾ ਉਹਨੇ, ਤੇ ਉਹ ਕਹੇਗਾ ਵੀ ਅਜੇ ਇੰਟਰਵਲਸ ਲੱਭੋ ਜਿਹਦੇ ਵਿੱਚ ਫੰਕਸ਼ਨ ਇਨਕਰੀਜ਼ਿੰਗ ਹੈ ਜਾਂ ਫੰਕਸ਼ਨ ਡਿਕਰੀਜ਼ਿੰਗ ਹੈ, ਕਿਹੜੇ ਇੰਟਰਵਲਸ ਵਿੱਚ ਫੰਕਸ਼ਨ ਦੀ ਵੈਲਿਊ ਇਨਕਰੀਜ਼ਿੰਗ ਵੈਲਿਊ ਆਏਗੀ ਔਰ ਡਿਕਰੀਜ਼ਿੰਗ ਵੈਲਿਊ ਆਏਗੀ। ਇਹ ਤੁਹਾਨੂੰ ਹੁਣ ਕੁਐਸਚਨ ਜਿਹੜੇ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਰਾਈਟ? ਚਾਹੇ ਉਹ ਇੱਕ ਇੱਕ ਨੰਬਰ ਦੇ ਵਿੱਚ ਆਉਂਦੇ ਨੇ, ਚਾਹੇ ਉਹ ਲੰਬੇ ਕੁਐਸਚਨਸ ਵਿੱਚ ਆਉਂਦੇ ਨੇ। ਕਈ ਕੁਐਸਚਨਸ ਹੋਣਗੇ ਜਿਹੜੇ ਤੁਹਾਨੂੰ ਇੱਕ ਇੱਕ ਨੰਬਰ ਦੇ ਵਿੱਚ ਵੀ ਆਉਣਗੇ, ਉਹਨਾਂ ਦਾ ਵੀ ਪਤਾ ਲੱਗ ਜਾਏਗਾ ਵੀ ਕਿਹੜਾ ਇੰਟਰਵਲ ਹੈ। ठीक, वैसे ईजी होंगे ने। करना की है वही अपने को फंडा है कि ਇਹਦਾ डेरिवेटिव ਕੱਢ ਲਓ फटाफट, ਤਾਂ ਕਿੰਨਾ ਆ ਗਿਆ? 2x - 4 ਆ ਗਿਆ। ਉਸ ਤੋਂ ਬਾਅਦ ਇੰਟਰਵਲ ਕੱਢਣ ਦੇ ਲਈ ਤੁਸੀਂ ਕੀ ਕਰੋਗੇ? f' ਨੂੰ ਇੱਕ ਵਾਰੀ ਜੋ ਆਇਆ ਉਹਨੂੰ 0 ਪੁੱਟ ਕਰ ਦਿਓ, ਤਾਂ 2x - 4 ਆਇਆ, ਠੀਕ ਹੈ। ਇਹਨੂੰ 0 ਪੁੱਟ ਕੀਤਾ, 2 ਕਾਮਨ ਕੱਢਾਂਗੇ, x - 2 ਆਇਆ, 2 0 ਹੋ ਨਹੀਂ ਸਕਦਾ, ਇਹਦਾ ਮਤਲਬ x ਦੀ ਵੈਲਿਊ ਜੋ ਹੈ ਉਹ 2 ਹੈ, राइट? ऐ ही करना है हर जगह पे। पहले एक बार आप देखना है ना कि ग्रेटर वैल्यू कदों आएगी, लैस दैन वैल्यू कदों आएगी। हुण जी x की वैल्यू आई है, ये पूरे नंबर लाइन नूं दो हिस्सों च वंड रही है। किहड़े दो हिस्सों च? एक तो -इनफिनिटी नंबर लाइन है ना, नंबर लाइन की है? सैट ऑफ रियल नंबर्स है ना। रियल नंबर कित्थों होंदे ने? -इनफिनिटी टू +इनफिनिटी तक ही होंगे ना। तो आ चीज़ है, ये 2 आ गया। हुण ये 2 इंटरवल्स आ गए, एक आ वाला इंटरवल और एक आ वाला इंटरवल। किहड़ा इंटरवल आया? -इनफिनिटी तो 2 ਦੇ ਵਿੱਚ ओपन इंटरवल ले रहे हैं, ਇਹਦਾ मतलब ना तो -इनफिनिटी है ना 2 है, ਇਹਨਾਂ ਦੋਨਾਂ ਦੇ ਵਿੱਚ ਵਾਲੀ ਵੈਲਿਊਜ਼ ਨੇ, ਤੇ ਇੱਥੇ ਕੀ ਹੈ? 2 to ਇਨਫਿਨਿਟੀ ਹੈ, ਰਾਈਟ? ਆ ਦੋ ਇੰਟਰਵਲਸ ਆਪਣੇ ਬਣਦੇ ਨੇ, ਇਹਨਾਂ ਦੋਨਾਂ ਦੇ ਵਿੱਚ ਆਪਾਂ ਦੇਖਣਾ ਹੈ ਕਿ ਆ ਜਿਹੜਾ f' ਉਹਦਾ ਬਿਹੇਵੀਅਰ ਕੀ ਰਹੇਗਾ, ਰਾਈਟ? ਹੁਣ ਸਭ ਤੋਂ ਪਹਿਲਾਂ ਆਪਾਂ ਆ ਇੰਟਰਵਲ ਦੇਖਦੇ ਹਾਂ, ਇਨ ਇੰਟਰਵਲ -इनफिनिटी to 2 ਦੇ ਵਿੱਚ f' ਦੀ ਵੈਲਿਊ ਕੀ ਆਏਗੀ? ਹੁਣ ਤੁਸੀਂ ਦੇਖੋ, ਪੁੱਟ ਕਰਕੇ ਦੇਖੋ, -इनफिनिटी ਦਾ ਮਤਲਬ ਅਨੰਤ ਵੈਲਿਊ, ਠੀਕ ਹੈ। ਹੁਣ -इनफिनिटी ਤੋਂ 2 ਵੱਲ ਨੂੰ ਚੱਲ ਲੱਗ ਜਾਓ ਨੰਬਰ ਲਾਈਨ ਦੇ ਉੱਪਰ, ਯਾਨੀ ਕਿ ਆਪਾਂ ਇੱਧਰ ਨੂੰ ਇਹ ਆ ਰਹੇ ਹਾਂ, ਤੇ ਇਹਦੇ ਵਿੱਚ ਬਹੁਤ ਸਾਰੀ ਐਸੀ ਵੈਲਿਊਜ਼ ਨੇ ਜੋ ਨੈਗੇਟਿਵਸ ਨੇ, ਹੈ ਨਾ। ਤੇ 2 ਲੈਣਾ ਨਹੀਂ, 2 ਤੋਂ ਪਹਿਲੇ ਵਾਲੀ ਵੈਲਿਊਜ਼ ਹੀ ਨੇ। 2 ਤੋਂ ਪਹਿਲੇ ਵੈਲਿਊ ਦਾ ਮਤਲਬ ਮੈਕਸਿਮਮ ਵੈਲਿਊ ਕਿਹੜੀ ਹੈ? 2 ਤੋਂ ਪਹਿਲਾਂ 1 ਹੀ ਹੈ, ਬਾਕੀ ਤਾਂ ਡੈਸੀਮਲਸ ਨੇ। मतलब समझण की कोशिश करो सारी वैल्यूज़ के लिए। नहीं है कि सारी वैल्यू तुहानूं भरनी पैणगियां, उहदे विच भरन की लोड़ नहीं है, सिर्फ माइंड दे विच अंदाजा लगाओ कि ये सारी वैल्यूज़ के लिए जो एक तो पिछे है, एक तो पिछे का मतलब की है 0, 0 तो पिछे नैगेटिव वैल्यूज सारियां और इनफिनिटी तक जा रही ने सारिया वैल्यूज़, ठीक है। तुसीं इत्थे पुट करके देखो, अंदाजा लगाने हैं, ठीक है। पहले देखो x 0 पुट करके देखो, मतलब आ चीज़ लै रहे हैं 2 तो पहले वाली वैल्यूज़। तो पहले आप 1 लैके देखते हैं, इत्थे भर के देखो, तो f' की वैल्यू कितनी आ जाएगी? 2 1 -4 कितना आया? नैगेटिव आई ना, 2 - 4 नैगेटिव आई। एक किहदे लिए आई है? x1 के लिए भरिया मैं, फिर x0 के लिए भर के देखो, तो f' कितना आ जाएगा? इत्थे मैं भरी है वैल्यू f1, फिर मैं भरी है वैल्यू 0, 0 भरांगे तो -4 आएगा, वो भी लैस दैन 0 है। ध्यान नाल देखते जाओ, मैं तुहानूं समझा रहा। ये तुसी आप समझना है, ये तुसी एग्जामिनेशन में चाहे करोगे तो भी फेयर वर्क है, नहीं करोगे तो कोई चक्कर नहीं है, नंबर नहीं कटणगे।
लेकिन तुहानू समझ आना चाहिए है कि लैस वैल्यूज़ कदों आनी है और पॉजिटिव वाली वैल्यूज़ कदों आनी है, ग्रेटर दैन वाली, ठीक है। तो हुण तुसीं होर देखो, 0 तो थले चले जाओ, 0 थले की है -1, फिर -2 या -10 या -1000 या -1,00,000, कोई भी, ठीक है। आ सारी वैल्यू तुसीं इत्थे भर के देखो x की जगह पर भरो जरा। चलो f डैश -1 कटते हैं तो 2 × -1 × -4 -2 -4 कितना आ गया -6। -6 भी की होंदा है, ये भी लैस दैन 0 होंदा है। तो कहने का मतलब की है, तुसी कोई भी वैल्यूज़ भरो इस इंटरवल दे विच f डैश x जो है 2x - 4 वो हमेशा 0 तो घट आएगा, लैस दैन 0 आएगा। लैस दैन 0 का मतलब की है, फिर लैस दैन 0 का मतलब है एफ एक्स इज डिक्रीजिंग इन इंटरवल -∞ टू 2। एक गल अपनी प्रूव हो गई, आ वाले इंटरवल दे विच फंक्शन जो है वो डिक्रीज करता है। हुण 2 to ∞ विच आ जाओ, सैकेंड पार्ट जो है अपना इन इंटरवल 2 to ∞ चेक कर रहे हैं। और इसका मतलब की है, 2 इन्फिनिटी नहीं लेना, 2 तो बाद दी वैल्यू लेनिया ने। 2 तो बाद दी वैल्यू का मतलब है 2.1 2.2 3 4 4.1 4.2 4/3, जो 2 तो वड्डियां वैल्यूज़ ने वो लेनिया ने, ठीक है। जिवें 5 है, 5/2 है, वो भी 2 तो वड्डियां वैल्यू हो गया ना, है ना। तो 2 तो वड्डियां और इन्फिनिटी तो छोटियां वैल्यू। तो इन्फिनिटी मतलब अनंत वैल्यू, जिन्नियां मर्जी वैल्यू ले लो और पुट करके देखो ये विच। चलो पहले आप 3 पुट करके देखते हैं, f डैश 3 प्लस पुट कर रहे हैं, 2 × 3 - 4 कितना आया 2, 2 > 0 है, ठीक है। f डैश 2.5 भर के देख लो, 2.5 2 × 2.5 - 4 कितना आया 5 - 4 > 0। इस इंटरवल दे विच सारियां वैल्यू जो मर्जी भर के देख लो, ਉਹਦੇ ਲਈ f डैश x जो आएगा वो > 0 आएगा, f डैश x यानी कि 2x - 4 इंप्लाइज। ਉਹਦਾ ਕੀ मतलब बनता है, ਉਹਦਾ मतलब बनता है कि f डैश x जो है वो इंक्रीजिंग है इन 2 to ∞। बस आ इंटरवल्स पता करने सीगे कि इस इंटरवल दे विच -∞ 2 दे विच डिक्रीजिंग है और +2 ∞ दे विच ए इंक्रीजिंग है। दिस इज योर आंसर। ओके, नाउ सी द एग्जांपल नंबर 11th। ओके, इंक्रीजिंग एंड डिक्रीजिंग फंक्शंस। द एग्जांपल 11 ਦੇ ਵਿੱਚ ਕੀ ਕਹਿ ਰਿਹਾ ਆਪਾਂ ਨੂੰ, ਇੱਕ ਨੇ ਕਿਊਬ ਦੇ ਵਿੱਚ ਇੱਕ ਫੰਕਸ਼ਨ ਦੇਤਾ ਉਹਨੇ ਔਰ ਇਹਦਾ ਇੰਟਰਵਲਸ ਪਤਾ ਕਰਨ ਨੂੰ ਕਹਿ ਰਿਹਾ, ਜਿਵੇਂ ਕਿ ਆਪਾਂ ਪ੍ਰੀਵੀਅਸ ਐਗਜ਼ਾਮਪਲ ਕੀਤੀ ਹੈ ਉਹਨੇ, ਉਹਦੇ ਵਿੱਚ ਵੀ ਇੰਟਰਵਲਸ ਪਤਾ ਕੀਤੇ ਸੀਗੇ ਔਰ ਉਹ ਕੁਆਡਰੇਟਿਕ ਇੱਕ ਪੋਲੀਨੋਮੀਅਲ ਸੀ, ਇੱਥੇ ਕਿਊਬਿਕ ਪੋਲੀਨੋਮੀਅਲ ਹੈ। ਤਾਂ ਕਰਨਾ ਉਹ ਤਰੀਕਾ ਬਿਲਕੁਲ ਉਹੀ ਹੈ ਕਿ ਯੂ ਹੈਵ ਟੂ ਫਸਟ find out the derivative 12x square minus 12x minus 72, right? 12 will common out, x square minus x minus 6। ਇੱਥੇ ਤੁਸੀਂ ਇਹਦੇ ਫੈਕਟਰ ਬਣਾ ਦਿਓ, ਫੈਕਟਰ ਬਣਨਗੇ 12 ਤਾਂ ਤੁਸੀਂ ਕਾਮਨ ਲੈ ਲਿਆ, ਇੱਥੇ ਆਏਗਾ x square minus 3x plus 2x minus 6, x minus 3 और x plus 2, आ दो फैक्टर बन गए इससे, राइट, डेरिवेटिव तो बाद। हुण मैं तुहानूं की प्रीवियस एग्जांपल्स की दस्सिया कि पहले तुसीं इहनूं दोनों फैक्टर्स जो भी फैक्टर आते, पिछली बार एक फैक्टर सीगा, उन्होंने 0 के बराबर पुट कर लो और x की वैल्यू कढ़ लो। इतों x की वैल्यू आएगी 3 और इतों आएगी -2, ठीक है। हुण इहनूं नंबर लाइन के उपर तुसी ड्रा कर दो, ठीक है। आ तुहाडे कोल नंबर लाइन है, उतों तुहानूं रियल नंबर्स की जो लाइन है -∞ टू +∞, और उहदे विच तुहाडे कोल दो, सो नंबर लाइन के उपर -∞ टू +∞ दे विच आ दो पॉइंट्स अपने को लेके ने, एक +3 है एक -2 है, उन्होंने नंबर लाइन के उपर आपां एडजस्ट कर लिया। हुण इंटरवल्स किहड़े-किहड़े बनणगे अपने कोल, 3 इंटरवल्स बनणगे, -∞ टू -2, -2 टू 3 एंड 3 टू +∞। समझ आ गया। हुण इन्हां अलग-अलग इंटरवल्स के उपर आपां चेक करते हैं
कि फंक्शन इंक्रीजिंग है कि डिक्रीजिंग है। वो कह रहे हैं ना कि इंटरवल्स पता करो किहड़े इंटरवल दे लई फंक्शन की वैल्यू इंक्रीजिंग है किहड़े दे लई डिक्रीजिंग है। ओके, फस्ट ऑफ ऑल ये चेक कर दें माइनस इनफिनिटी और -2 दे विच समझो कि पॉइंट्स किहड़े होणगे। नंबर लाइन ऊपर अगर आप चेक करिए तो सारे पॉइंट्स जिहड़े ने वो सारे नेगेटिव पॉइंट्स होणगे। -2 और माइनस इनफिनिटी भी विच नहीं लैनी क्योंकि ओपन इंटरवल है, और -2 भी नहीं लेना। तो -2 तो इधरले पासे की आएगा फिर -3 -4 -5 एंड सो ऑन, सारे नेगेटिव पॉइंट्स ने। तुसीं इन्हां दोनों फैक्टर्स विच भर के देखो, इत्थे मैं x की वैल्यू नेगेटिव भर रहा, ध्यान नाल समझो, इत्थे मैं x की वैल्यू नेगेटिव भर रहा तो नेगेटिव और नेगेटिव जुड़ के नेगेटिव ही आएगा, है ना। तो आप इस इंटरवल ही चेक कर रहे हैं 4 -∞ to -2, ठीक है। f डैश x की आएगा, ध्यान नाल देखो 12 एज इट इज, आ चीज़ नेगेटिव है, इतने नेगेटिव भरोगे कोई भी वैल्यू भर लो, चाहे -5 भरो, -4 भरो, -3 भरो, एंड इधर जाते 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 कितना भरोगे फिर तक, है ना। -3 है ना, इतने आ जाएगा -2.9, ठीक है, इतने आएगा -2.1, सारा भर के देखो मैक्सिमम वैल्यू पर आ देखो -2.1 भी इतने भर के देखो तो नेगेटिव ही आएगी वैल्यू, इतने भर के देखो आही इंटरवल्स की वैल्यू इतने भर के देखो, है ना। -2.1 भर के देखो, -2.1 विचों +2 तो कितना आया -0.1 आ गया, वो भी नेगेटिव है। और इधर जा रहे हैं, है ना, या इन्होंने दोनों के विच रह रहे हैं आप, तो सारी वैल्यूज नेगेटिव, आ नेगेटिव वैल्यूज ही ने, दो तो वड्डियां ही ने, ठीक है। आ जो नेगेटिव वैल्यूज आएंगे -3 -4 -5 तो वो कितना है, वो भी नेगेटिव है। हुण नेगेटिव और नेगेटिव किहड़े इंटरवल की गल कर रहे हैं, अरे भी नेगेटिव और नेगेटिव हो गया पॉजिटिव, 12 इंटू पॉजिटिव कितना आया >0। तो जब f डैश x 0 तो वड्डा आंदा है तो इस इंटरवल विच की होएगा f(x) इज इंक्रीजिंग। बोलो समझ आ गया किहड़े इंटरवल की गल कर रहे सीगे, -∞ to 2 दे विच। हुण करदे आ आपां चेक करदे आ -2 और 3 दे विच। चलो -2 और 3 दे विच देख लैंदे आ, फिर इनू नंबर लाइन के ऊपर चेक करके देखो, आ है -2 और आ है +3। इस इंटरवल दे विच चेक कर रहे हैं किहड़ी वैल्यूज होणगियां इहदे विच -2 और विच दे विच। आ देखो -2 है, इत्थे किते ना किते -1 आएगा, -1 तो बाद 0 आएगा, 0 तो बाद 1 आएगा, फिर 2 आएगा, फिर 3 आएगा, है ना। आ वैल्यूज इधर नूं जा रही हैं, -2 तो बाद वाली जा रही हैं, तो -2 तो बाद इत्थे कितना आएगा, है ना, -1.9 और इत्थे -1.1, ठीक है। एंड मूव करते करते 3 विच नहीं, क्योंकि -2 और 3 विच नहीं लेना क्योंकि ओपन इंटरवल है, तो लास्ट इत्थे वैल्यू किहड़ी होएगी, है ना, +2.9। आ सारी वैल्यूज जिहड़ियां ने -1.9 इंक्लूड है, उस तो बाद जिहड़े भी चाहे डेसिमल वैल्यूज ने, चाहे जो है, चाहे फ्रैक्शंस ने, जो भी वैल्यूज ने वो सारियां इस इक्वेशन नंबर 1 दे विच भर के देखो। तो f डैश x की आएगा, जरा ध्यान नाल देखना हो, ठीक है। आ 12 होवे दा होवे फस्ट फैक्टर दे विच भर रहे हैं, फस्ट फैक्टर दे विच आ वाली सारी वैल्यूज भर रहे हैं, भर के देखो जरा। -1.9 इत्थे भरांगे तो माइनस है, फिर -1.8, फिर -1 भरांगे तो आ तो नेगेटिव ही आएगा, फिर अगे अगे भर लो, और लास्ट वैल्यू किहड़ी भरांगे +2.9, +2.9 भरांगे तो -3 वड्डा है ना, तो +2.9, ठीक है, और +3 है, -3 है, राइट। और ऐड करके कितना आ जाएगा, -0.1 आ जाएगा, तो नेगेटिव ही आया ना, तो आ फैक्टर जिहड़ा है वो आया नेगेटिव, ठीक है। दूसरा फैक्टर चेक करके देखो x + 2 चेक करो, ਉਹਦੇ ਵਿੱਚ ਕਿਹੜੀਆਂ ਵੈਲਿਊਜ਼ ਭਰ ਰਹੇ ਆਪਾਂ, ਆ ਵਾਲੀ ਵੈਲਿਊਜ਼ ਭਰ ਰਹੇ ਹਾਂ। ਤਾਂ ਪਹਿਲੇ ਭਰ ਕੇ ਦੇਖੋ -1.9 ਭਰਾਂਗੇ ਤਾਂ +2 है ना, प्लस हो जाएगा, फिर -1.8, फिर -1 भर के देखो तो फिर +1 हो जाएगा, 0 भर के देखो तो +2 आ जाएगा, 1 भरांगे तो +3 आ जाएगा, 2 भरांगे तो +4 आ जाएगा, और 2.9 भरांगे तो 4.9 आएगा। और इन बिटवीन जो भी वैल्यूज लोगे सारे लिए प्लस ही आएगा वो। बोलो समझ आया। एक फैक्टर एस इंटरवल दे लई एक फैक्टर आया नेगेटिव, एक फैक्टर आ गया पॉजिटिव, और टोटल वैल्यू की आई फिर नेगेटिव और प्लस कितना होता है, नेगेटिव ही होता है,
ਤਾਂ 12 ਇੰਟੂ ਮਾਈਨਸ ਹੈ ਨਾ, ਮਾਈਨਸ ਇੰਟੂ ਪਲੱਸ ਮਾਈਨਸ ਹੋ ਗਿਆ ਨਾ, ਤੇ ਇਹ ਹੋ ਗਿਆ ਲੈਸ ਦੈਨ 0। ਔਰ ਜਦੋਂ ਡੈਰੀਵੇਟਿਵ ਲੈਸ ਦੈਨ 0 ਹੋਵੇ ਤਾਂ ਆਪਾਂ ਫੰਕਸ਼ਨ ਨੂੰ ਕੀ ਕਵਾਂਗੇ, fx ਇਜ਼ ਡਿਕਰੀਜ਼ਿੰਗ। ਕਿਹੜੇ ਇੰਟਰਵਲ ਦੇ ਵਿੱਚ, -2 + 3 ਦੇ ਵਿੱਚ ਆ ਸੀ। ਔਰ ਇਨਕਰੀਜ਼ਿੰਗ ਕਿਹਦੇ ਵਿੱਚ ਸੀਗਾ, ਆ ਉੱਪਰ ਵੈਸੇ ਲਿਖਿਆ ਹੋਇਆ ਹੈ -∞ ਔਰ -2 ਦੇ ਵਿੱਚ। ਬੋਲੋ ਆ ਸਮਝ ਆ ਗਿਆ ਹੋਣਾ। ਹੁਣ ਥਰਡ ਚੈੱਕ ਕਰ ਲਓ। ਥਰਡ ਆ ਸੈਕਿੰਡ ਪੁਆਇੰਟ ਸੀ ਆਪਣਾ ਚੈੱਕ ਕਰਨ ਦੇ ਲਈ। ਓਕੇ, ਤਾਂ ਥਰਡ ਕੀ ਹੈ, 3 ਤੋਂ। ਹੁਣ ਪਲੱਸ ਪੁਆਇੰਟ ਹੀ ਨੇ ਸਾਰੇ, ਇਹਦੇ ਵਿੱਚ ਭਰਨੇ ਆ ਪਲੱਸ ਪੁਆਇੰਟ ਹੀ ਭਰਨੇ ਆ। ਤਾਂ ਇਹਦੇ ਵਿੱਚ ਪਲੱਸ ਭਰਾਂਗੇ ਕੋਈ ਵੀ, ਕਿਉਂਕਿ 3 ਤੋਂ ਅੱਗੇ ਨੇ, 3 ਔਰ ਇਨਫਿਨਿਟੀ ਵਿੱਚ ਨਹੀਂ ਹੈ। 3.1 ਤੋਂ ਭਰਨੇ ਸ਼ੁਰੂ ਹੋ ਜਾਓ ਪਲੱਸ ਪੁਆਇੰਟਸ, ਠੀਕ ਹੈ। ਨੰਬਰ ਲਾइन ਦੇ ਦੇਖੋ, ਨੰਬਰ ਲਾइन ਦੇ ਅਗਰ ਤੁਸੀਂ ਡਰਾ ਕਰਨਾ ਚਾਹੁੰਦੇ ਹੋ ਤਾਂ 3 ਔਰ ਇਨਫਿਨਿਟੀ ਤੋਂ ਬਾਅਦ, 3 ਤੋਂ ਬਾਅਦ ਕਿਹੜੇ ਨੇ, 3.1 3.2 है ना, फिर सो ऑन, फिर 4, फिर 5 एंड सो ऑन अप टू इनफिनिटी। तो चलो पहले फैक्टर ਦੇ ਵਿੱਚ ਭਰੋ, ਫਿਰ f' ਪਹਿਲੇ ਫੈਕਟਰ ਦੇ ਵਿੱਚ 3 ਤੋਂ ਵੱਡੇ ਪੁਆਇੰਟ ਭਰ ਰਹੇ ਹਾਂ, 3.1 3.2 4 5, ਤਾਂ ਆ ਕੀ ਆ ਜਾਏਗਾ, ਫਸਟ ਫੈਕਟਰ ਕੀ ਆਏਗਾ, प्लस है ना। और ਇੱਥੇ ਵੀ ਸਾਰੇ प्लस ਪੁਆਇੰਟ ਭਰ ਰਹੇ ਹਾਂ, 3.1 3.2 ਸਾਰੇ प्लस ਵੈਲਿਊਜ਼ ਨੇ, प्लस ਵੈਲਿਊਜ਼ +2 ਤਾਂ ਕਿੰਨੀਆਂ ਆਈਆਂ, ਉਹ ਵੀ प्लस ਆ ਗਈਆਂ। ਤਾਂ प्लस इंटू प्लस कितना होता है, प्लस, दैट इज ग्रेटर देन 0। और अगेन फॉर दिस इंटरवल fx इज इंक्रीजिंग 4 + 3 to +∞। तो आ अपने को आंसर आ गया कि -∞ और -2 ਦੇ ਵਿੱਚ इंक्रीजिंग है, -2 और 3 ਦੇ ਵਿੱਚ डिक्रीजिंग है, और 3 और इनफिनिटी ਦੇ ਵਿੱਚ इंक्रीजिंग है। इस तरह नाल तुसी ਇਹਦੇ इंटरवल्स ਨੂੰ ਪਤਾ ਕਰਨਾ ਹੈ। नाउ लेट्स मूव टूवर्ड्स टू फाइंड द इंटरवल्स फॉर द ट्रिग्नोमेट्रिक फंक्शंस।